26 ਜੂਨ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 26 ਜੂਨ ਦੇ ਇਤਿਹਾਸ ਬਾਰੇ। ਮੇਜਰ ਰਾਮ ਰਾਘੋਬਾ ਰਾਣੇ ਦਾ ਜਨਮ 26 ਜੂਨ 1918 ਨੂੰ ਕਰਨਾਟਕ ਦੇ ਕਰਵਾੜ ਜ਼ਿਲ੍ਹੇ ਵਿੱਚ ਹੋਇਆ ਸੀ। ਰਾਮਾ ਰਾਘੋਬਾ ਰਾਣੇ ਇੱਕ ਭਾਰਤੀ ਫੌਜੀ ਅਧਿਕਾਰੀ ਸਨ। ਉਹ ਭਾਰਤ ਦੇ ਸਰਵੋੱਚ ਫੌਜੀ ਸਨਮਾਨ ਪਰਮ ਚੱਕਰ ਦੇ ਪਹਿਲੇ ਜੀਵਤ ਪ੍ਰਾਪਤ ਕਰਤਾ ਸਨ। ਕਿਹਾ ਜਾਂਦਾ ਹੈ ਕਿ ਰਾਮਾ ਰਾਘੋਬਾ ਰਾਣਾ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਭਾਰਤੀ ਫੌਜ ਦੀ ਸੇਵਾ ਕੀਤੀ ਸੀ। ਅੰਗਰੇਜ਼ਾਂ ਨੇ ਉਹਨਾਂ ਨੂੰ ਬਰਮਾ ਭੇਜ ਦਿੱਤਾ, ਜਿੱਥੇ ਉਹਨਾਂ ਨੇ ਜਾਪਾਨ ਨਾਲ ਜੰਗ ਵਿੱਚ ਹਿੱਸਾ ਲਿਆ। ਉਹ ਯੁੱਧ ਤੋਂ ਬਾਅਦ ਦੇ ਸਮੇਂ ਵਿੱਚ ਵੀ ਫੌਜ 'ਚ ਰਹੇ ਅਤੇ 15 ਦਸੰਬਰ 1947 ਨੂੰ ਭਾਰਤੀ ਫੌਜ ਦੀ ਕੋਰ ਆਫ ਇੰਜੀਨੀਅਰਸ ਦੀ ਬੰਬੇ ਸੈਪਰਸ ਰੈਜੀਮੈਂਟ ਵਿੱਚ ਕਮਿਸ਼ਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ 1947 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਰਾਣਾ ਨੇ ਕਈ ਸੁਰੰਗਾਂ ਨੂੰ ਹਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ, ਜਿਸ ਨਾਲ ਭਾਰਤੀ ਫੌਜ ਲਈ ਰਾਜੌਰੀ ਤੇ ਕਬਜ਼ਾ ਕਰਨਾ ਆਸਾਨ ਹੋ ਗਿਆ। ਰਾਣਾ ਦੀ ਇਸ ਕਾਰਵਾਈ ਕਾਰਨ ਭਾਰਤੀ ਫੌਜ ਦੇ ਟੈਂਕਾਂ ਨੂੰ ਅੱਗੇ ਵਧਣ ਵਿੱਚ ਮਦਦ ਮਿਲੀ। ਉਹਨਾਂ ਦੀ ਬਹਾਦਰੀ ਲਈ ਉਹਨਾਂ ਨੂੰ 8 ਅਪ੍ਰੈਲ 1948 ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਣਾ 1968 ਵਿੱਚ ਮੇਜਰ ਦੇ ਰੈਂਕ ਨਾਲ ਭਾਰਤੀ ਸੈਨਾ ਤੋਂ ਸੇਵਾ ਮੁਕਤ ਹੋਏ ਅਤੇ 1994 ਵਿੱਚ 76 ਸਾਲ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। 26 ਜੂਨ 1995 ਨੂੰ ਮੱਧ ਪ੍ਰਦੇਸ਼ ਨੂੰ ਟਾਈਗਰ ਸਟੇਟ ਦਾ ਦਰਜਾ ਮਿਲਿਆ ਕਿਉਂਕਿ ਰਾਜ ਵਿੱਚ ਬਾਘਾਂ ਦੀ ਵੱਡੀ ਆਬਾਦੀ ਸੀ ਅਤੇ ਤੇ ਜੰਗਲੀ ਜੀਵ ਸੁਰੱਖਿਆ ਲਈ ਕਈ ਪਹਿਲੂ ਸਨ। ਕਿਹਾ ਜਾਂਦਾ ਹੈ ਕਿ ਸਾਲ 1972 ਵਿੱਚ ਜਦੋਂ ਪਹਿਲੀ ਵਾਰ ਦੇਸ਼ ਵਿੱਚ ਬਾਘਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਪੂਰੇ ਭਾਰਤ ਵਿੱਚ ਸਿਰਫ 1827 ਬਾਘ ਹੀ ਬਚੇ ਹਨ, ਜਿਸ ਤੋਂ ਬਾਅਦ 9 ਟਾਈਗਰ ਰਿਜ਼ਰਵ ਵਿੱਚ ਪ੍ਰੋਜੈਕਟ ਟਾਈਗਰ ਸ਼ੁਰੂ ਕੀਤਾ ਗਿਆ। ਇਸ ਲਾਂਚ ਦੇ ਜ਼ਰੀਏ ਦੇਸ਼ ਭਰ ਵਿੱਚ ਬਾਘਾਂ ਦੀ ਆਬਾਦੀ ਵਧਾਉਣ ਲਈ ਵੱਖ-ਵੱਖ ਯਤਨ ਕੀਤੇ ਗਏ। ਇਹ ਪ੍ਰੋਜੈਕਟ ਬਹੁਤ ਸਫਲ ਰਿਹਾ ਅਤੇ 90 ਦੇ ਦਹਾਕੇ ਤੱਕ ਬਾਘਾਂ ਦੀ ਆਬਾਦੀ 3500 ਤੋਂ ਵੱਧ ਹੋ ਗਈ। ਇਸ ਦੇ ਨਾਲ ਹੀ ਜਦੋਂ ਅੰਕੜੇ ਕੱਢੇ ਗਏ ਤਾਂ ਪਤਾ ਲੱਗਾ ਕਿ ਮੱਧ ਪ੍ਰਦੇਸ਼ ਵਿੱਚ ਸਭ ਤੋਂ ਵੱਧ ਬਾਘ ਹਨ। ਫਿਰ ਮੱਧ ਪ੍ਰਦੇਸ਼ ਨੂੰ 1995 ਵਿੱਚ ਟਾਈਗਰ ਸਟੇਟ ਦਾ ਦਰਜਾ ਮਿਲਿਆ, ਜੋ ਲਗਾਤਾਰ 16 ਸਾਲ ਤੱਕ ਉਹਨਾਂ ਦੇ ਨਾਲ ਰਿਹਾ। ਪਰ ਸਾਲ 2016 ਵਿੱਚ ਕਰਨਾਟਕ ਨੇ ਮੱਧ ਪ੍ਰਦੇਸ਼ ਤੋਂ ਇਹ ਉਪਲਬਧੀ ਖੋਹ ਲਈ। ਹਾਲਾਂਕਿ ਜਦੋਂ ਸਾਲ 2019 ਵਿੱਚ ਟਾਈਗਰ ਜਨਗਣਨਾ ਕਰਵਾਈ ਗਈ ਤਾਂ ਫਿਰ ਮੱਧ ਪ੍ਰਦੇਸ਼ ਨੇ ਇੱਕ ਖਿਤਾਬ ਪ੍ਰਾਪਤ ਕੀਤਾ ਅਤੇ ਟਾਈਗਰ ਸਟੇਟ ਦਾ ਦਰਜਾ ਦੁਬਾਰਾ ਪ੍ਰਾਪਤ ਹੋਇਆ। ਰਿਪੋਰਟ ਮੁਤਾਬਿਕ 2014 ਤੋਂ 2018 ਦੌਰਾਨ ਪੂਰੇ ਭਾਰਤ ਵਿੱਚ ਬਾਘਾਂ ਦੀ ਆਬਾਦੀ 2226 ਤੋਂ ਵੱਧ ਕੇ 2977 ਹੋ ਗਈ। ਇਹਨਾਂ ਵਿੱਚੋਂ ਸਭ ਤੋਂ ਵੱਧ 526 ਬਾਘ ਸਿਰਫ ਮੱਧ ਪ੍ਰਦੇਸ਼ ਵਿੱਚ ਹੀ ਹਨ। ਇਸ ਤੋਂ ਬਾਅਦ ਕਰਨਾਟਕ ਵਿੱਚ 524 ਅਤੇ ਉੱਤਰਾਖੰਡ ਵਿੱਚ 442 ਬਾਘ ਹਨ। ਭਾਰਤ ਵਿੱਚ ਬਾਘਾਂ ਦੀ ਗਿਣਤੀ ਹਰ 4 ਸਾਲਾਂ ਬਾਅਦ ਕੀਤੀ ਜਾਂਦੀ ਹੈ। 26 ਜੂਨ 1982 ਨੂੰ 에ਅਰ ਇੰਡੀਆ ਦਾ ਪਹਿਲਾ ਬੋਇੰਗ ਜਹਾਜ਼, ਜਿਸ ਦਾ ਨਾਮ ਗੌਰੀ ਸ਼ੰਕਰ ਸੀ, ਮੁੰਬਈ ਵਿੱਚ ਕ੍ਰੈਸ਼ ਹੋ ਗਿਆ। ਇਹ ਜਹਾਜ਼ ਸਿੰਗਾਪੁਰ ਤੋਂ ਕੁਆਲਾਲੰਪੁਰ ਅਤੇ ਚੇਨਈ ਦੇ ਰਸਤੇ ਤੋਂ ਮੁੰਬਈ ਆ ਰਿਹਾ ਸੀ। ਜਦੋਂ ਜਹਾਜ਼ ਦੀ ਲੈਂਡਿੰਗ ਦੀ ਘੋਸ਼ਣਾ ਕੀਤੀ ਗਈ ਉਦੋਂ ਜਹਾਜ਼ 'ਚ 12 ਕਰੂ ਮੈਂਬਰਾਂ ਸਮੇਤ ਕੁੱਲ 111 ਯਾਤਰੀ ਸਵਾਰ ਸਨ। ਇਸ ਹਾਦਸੇ 'ਚ 42 ਲੋਕ ਸੁਰੱਖਿਅਤ ਬਚ ਗਏ, ਜਦਕਿ 17 ਲੋਕ ਮਾਰੇ ਗਏ ਅਤੇ 12 ਜ਼ਖਮੀ ਹੋ ਗਏ। ਕਿਹਾ ਜਾਂਦਾ ਹੈ ਕਿ ਗੌਰੀ ਸ਼ੰਕਰ ਜਹਾਜ਼ ਵਿੱਚ ਕੁੱਲ 4 ਇੰਜਨ ਸਨ। ਖਰਾਬ ਮੌਸਮ, ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਜਹਾਜ਼ ਕ੍ਰੈਸ਼ ਹੋ ਗਿਆ। ਜਦੋਂ ਜਹਾਜ਼ ਲੈਂਡ ਕਰ ਰਿਹਾ ਸੀ ਤਾਂ ਇਸ ਦਾ ਇੱਕ ਇੰਜਨ ਜ਼ੋਰਦਾਰ ਧਮਾਕੇ ਨਾਲ ਫਟ ਗਿਆ, ਜਿਸ ਕਾਰਨ ਜਹਾਜ਼ 50 ਮੀਟਰ ਤੱਕ ਹਵਾ ਵਿੱਚ ਉੱਡ ਗਿਆ। ਦੁਬਾਰਾ ਜ਼ਮੀਨ ਨਾਲ ਟਕਰਾਉਣ ਤੇ ਜਹਾਜ਼ ਦਾ ਇੱਕ ਹੋਰ ਇੰਜਨ ਜਹਾਜ਼ ਤੋਂ ਬਾਹਰ ਆ ਜਾਂਦਾ ਹੈ। ਜਦੋਂ ਜਹਾਜ਼ ਕੁਝ ਸਮੇਂ ਬਾਅਦ ਰਨਵੇ ਤੇ ਰੁਕਿਆ ਤਾਂ ਇਹ 3 ਹਿੱਸਿਆਂ 'ਚ ਟੁੱਟ ਗਿਆ। ਹਾਲਾਂਕਿ ਇਸ ਸਭ ਦੇ ਬਾਵਜੂਦ ਜਹਾਜ਼ ਨੂੰ ਅੱਗ ਨਹੀਂ ਲੱਗੀ, ਜਿਸ ਕਾਰਨ 82 ਲੋਕਾਂ ਦੀ ਜਾਨ ਬਚ ਗਈ। 26 ਜੂਨ 1945 ਨੂੰ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ 50 ਦੇਸ਼ਾਂ ਨੇ ਇੱਕ ਚਾਰਟਰ ਤੇ ਦਸਤਖਤ ਕੀਤੇ। ਫਿਰ ਇਹ ਚਾਰਟਰ 24 ਅਕਤੂਬਰ 1945 ਨੂੰ ਲਾਗੂ ਹੋਇਆ। ਬਾਅਦ ਵਿੱਚ ਇਹ ਚਾਰਟਰ ਸੰਯੁਕਤ ਰਾਸ਼ਟਰ ਵਜੋਂ ਜਾਣਿਆ ਜਾਣ ਲੱਗਾ। ਸੰਯੁਕਤ ਰਾਸ਼ਟਰ ਦਾ ਮਕਸਦ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਣਾ, ਰਾਸ਼ਟਰ ਵਿਚਕਾਰ ਦੋਸਤਾਨਾ ਸੰਬੰਧਾਂ ਨੂੰ ਵਿਕਸਿਤ ਕਰਨਾ ਅਤੇ ਸਮਾਜਿਕ ਤਰੱਕੀ, ਜੀਵਨ ਦੇ ਬਿਹਤਰ ਮਿਆਰਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਦਾ ਮਕਸਦ ਭਵਿੱਖ ਵਿੱਚ ਸੰਘਰਸ਼ ਤੋਂ ਬਚਣਾ ਵੀ ਹੈ। ਅੱਜ ਦੁਨੀਆ ਭਰ ਦੇ 193 ਦੇਸ਼ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ। ਉਸ ਸਮੇਂ ਸੰਯੁਕਤ ਰਾਸ਼ਟਰ ਦਾ ਚਾਰਟਰ 24 ਅਕਤੂਬਰ 1945 ਨੂੰ ਲਾਗੂ ਹੋਇਆ। ਇਸ ਲਈ ਸੰਯੁਕਤ ਰਾਸ਼ਟਰ ਦਾ ਸਥਾਪਨਾ ਦਿਵਸ ਹਰ ਸਾਲ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 1910 ਤੋਂ 1950 ਤੱਕ ਪੂਰੀ ਦੁਨੀਆ ਨੇ 2 ਵਿਸ਼ਵ ਯੁੱਧ ਦੇਖੇ ਹਨ। ਭਾਰੀ ਤਬਾਹੀ, ਆਰਥਿਕ ਨੁਕਸਾਨ ਅਤੇ ਹਜ਼ਾਰਾਂ ਮੌਤਾਂ ਦੇ ਕਾਰਨ ਦੁਨੀਆ ਭਰ ਦੇ ਦੇਸ਼ਾਂ ਨੇ ਅੰਤਰਰਾਸ਼ਟਰੀ ਸਾਂਝੀ ਅਤੇ ਸੁਰੱਖਿਆ ਨੂੰ ਵਧਾਉਣ ਦੇ ਮਕਸਦ ਨਾਲ ਇੱਕ ਸੰਗਠਨ ਬਣਾਉਣ ਲਈ ਤਿਆਰ ਕੀਤਾ, ਜਿਸ ਲਈ 1945 ਵਿੱਚ ਸੈਨ ਫਰਾਂਸਿਸਕੋ ਵਿੱਚ ਅੰਤਰਰਾਸ਼ਟਰੀ ਸੰਗਠਨ ਦੀ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ ਸੀ, ਜਿੱਥੇ ਸੰਯੁਕਤ ਰਾਸ਼ਟਰ ਸੰਗਠਨ ਦੇ ਸੰਬੰਧ ਵਿੱਚ ਇੱਕ ਸਹਿਮਤੀ ਬਣੀ ਸੀ। 26 ਜੂਨ 1498 ਨੂੰ ਚੀਨੀ ਸ਼ਾਸਕ ਹੋਂਗਜ਼ੀ ਨੇ ਟੂਥਬ੍ਰਸ਼ ਦਾ ਪੈਟੈਂਟ ਕਰਵਾਇਆ ਸੀ।
ਪੇਟੈਂਟ ਕਰਵਾਉਣ ਦਾ ਮਤਲਬ ਸੀ ਕਿ ਉਹਨਾਂ ਨੇ ਟੂਥਬ੍ਰਸ਼ ਦਾ ਅਧਿਕਾਰ ਆਪਣੇ ਨਾਂ ਤੇ ਰੱਖ ਲਿਆ ਸੀ। ਕਿਹਾ ਜਾਂਦਾ ਹੈ ਕਿ 3000 ਈਸਾ ਪੂਰਵ ਦੇ ਵਿੱਚ ਲੋਕ ਦੰਦਾਂ ਨੂੰ ਚਮਕਦਾਰ ਬਣਾਉਣ ਲਈ ਰੁੱਖਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦੇ ਸਨ। ਬਾਅਦ ਵਿੱਚ 1600 ਈਸਾ ਪੂਰਵ ਵਿੱਚ ਲੋਕਾਂ ਨੇ ਮੂੰਹ ਦੀ ਦੁਰਗੰਧ ਰੋਕਣ ਲਈ ਖੁਸ਼ਬੂਦਾਰ ਰੁੱਖ ਦੀ ਟਾਹਣੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਕਿਹਾ ਜਾਂਦਾ ਹੈ ਕਿ ਇਸ ਸਮੇਂ ਜਾਨਵਰਾਂ ਦੇ ਵਾਲਾਂ ਨੂੰ ਲੱਕੜ ਦੇ ਹੈਂਡਲ ਤੇ ਰੱਖ ਕੇ ਬੁਰਸ਼ ਕਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਟੂਥਪੇਸਟ ਦੀ ਥਾਂ ਮਿੱਟੀ, ਸਵਾਹ, ਅੰਡੇ ਦੇ ਛਿਲਕੇ ਦੇ ਪੇਸਟ ਸਮੇਤ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਣ ਲੱਗੀ। ਫਿਰ ਸਾਲ 1498 ਵਿੱਚ ਚੀਨ ਦੇ ਮਿੰਗ ਰਾਜਵੰਸ਼ ਦੇ ਰਾਜਾ ਹੋਂਗਜ਼ੀ ਨੇ ਸੂਅਰ ਦੇ ਵਾਲਾਂ ਤੋਂ ਪਹਿਲਾਂ ਦੰਦਾਂ ਦਾ ਬੁਰਸ਼ ਬਣਾਇਆ ਅਤੇ ਇਸ ਦਾ ਪੇਟੈਂਟ ਕਰਵਾਇਆ। ਬਾਅਦ ਵਿੱਚ ਦੰਦਾਂ ਦਾ ਬੁਰਸ਼ ਆਮ ਲੋਕਾਂ ਵਿੱਚ ਪ੍ਰਸਿੱਧ ਹੋਣਾ ਸ਼ੁਰੂ ਹੋ ਗਿਆ। ਫਿਰ ਸਾਲ 1780 ਵਿੱਚ ਵਿਲੀਅਮ ਐਡਿਸ ਨੇ ਪਹਿਲੀ ਵਾਰ ਵੱਡੇ ਪੈਮਾਨੇ ਤੇ ਘੋੜੇ ਦੇ ਵਾਲਾਂ ਤੋਂ ਦੰਦਾਂ ਦਾ ਬੁਰਸ਼ ਬਣਾਇਆ। ਤੁਹਾਨੂੰ ਦੱਸ ਦਈਏ ਕਿ ਸਾਲ 1844 ਵਿੱਚ ਪਹਿਲੀ ਵਾਰ 3 ਲਾਈਨਾਂ ਵਾਲਾ ਟੂਥਬ੍ਰਸ਼ ਬਣਾਇਆ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਡਿਜ਼ਾਈਨ ਬਾਜ਼ਾਰ 'ਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਟੂਥਬ੍ਰਸ਼ ਵੀ ਬਾਜ਼ਾਰ 'ਚ ਆ ਗਏ ਹਨ।